तो भी हरेक युग ਵਿੱਚ ਮੈਂ ਆਪਣੇ ਆਦ ਦਿਵਿਆ ਰੂਪ ਵਿੱਚ ਪ੍ਰਗਟ ਹੁੰਦਾ ਹਾਂ। ਹਰੇਕ ਯੁਗ ਵਿੱਚ ਹਰੇਕ ਟਾਈਮ ਤੇ ਜਦ ਵੀ ਕਿਤੇ ਜ਼ਰੂਰਤ ਪੈਂਦੀ ਹੈ ਪ੍ਰਭੂ ਪਰਮੇਸ਼ਰ ਪਰਮਾਤਮਾ ਕਹਿ ਰਹੇ ਹਨ ਕਿ ਮੈਂ ਆਪਣੇ ਦਿਵਿਆ ਰੂਪ ਵਿੱਚ ਪ੍ਰਗਟ ਹੁੰਦਾ ਹਾਂ। Although I am unborn and my Subscribe now transcendental body and never press the bell icon determined and never rates, miss an update. and although from I Virgin am the Artists. Lord of all living entities, I still appeared in every millennium in my original transcendental form. ਭਗਵਾਨ ਨੇ ਆਪਣੇ ਜਨਮ ਦੀ ਵਿਲੱਖਣਤਾ ਦੱਸੀ ਹੈ। ਜਦੋਂ ਆਮ ਆਦਮੀ ਦੀ ਤਰ੍ਹਾਂ ਪ੍ਰਗਟ ਹੋ ਸਕਦੇ ਹਨ, ਉਹਨਾਂ ਨੇ ਅਨੇਕ ਜਨਮਾਂ ਦੀ ਸਮਿਤੀ ਉਹਨਾਂ ਬਣੀ ਰਹਿੰਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਐਜੀਟੇਜ ਭਾਗਵਤ ਗੀਤਾ ਨੂੰ ਕਿਹਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੇ ਜਨਮ ਦੀ ਵੀ ਵਿਲੱਖਣਤਾ ਫਰਮਾਈ ਹੈ। ਜਦ ਕਿ ਆਮ ਆਦਮੀ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਹੈ, ਸਿਮਰਨ ਨਹੀਂ ਰਹਿੰਦਾ ਹੈ। ਜਦ ਵੀ ਪੁੱਛੋ ਕਿ ਇੱਕ ਦਿਨ ਪਹਿਲਾਂ ਉਹ ਇਸ ਸਮੇਂ ਕੀ ਕੰਮ ਕਰ ਰਹੇ ਹਨ ਤਾਂ ਆਮ ਆਦਮੀ ਤਤਕਾਲ ਇਸ ਦਾ ਉੱਤਰ ਨਹੀਂ ਦੇ ਪਾਉਂਦਾ, ਕਿਉਂਕਿ ਉੱਤਰ ਦੇਣ ਲਈ ਆਪਣੀ ਬੁੱਧੀ ਨੂੰ ਹਿਲਾਉਣਾ ਪਏਗਾ ਕਿ ਕੱਲ੍ਹ ਇਸ ਸਮੇਂ ਉਹ ਕੀ ਕਰ ਰਿਹਾ ਸੀ। ਫਿਰ ਲੋਕ ਪ੍ਰਾਏ ਆਪਣੇ ਆਪ ਨੂੰ ਈਸ਼ਵਰ ਜਾਂ ਕ੍ਰਿਸ਼ਨ ਘੋਸ਼ਿਤ ਕਰਦੇ ਫਿਰਦੇ ਹਨ। ਅਜਿਹੇ ਲੋਕ ਵੀ ਮਨੁੱਖ ਨੂੰ ਅਜਿਹੀ ਨਿਰ-ਆਧਾਰ ਘੋਸ਼ਣਾਵਾਂ ਨਾਲ ਭਰਮਤ ਨਹੀਂ ਹੋਣਾ ਚਾਹੀਦਾ। ਅਸਲੀਅਤ ਨੂੰ ਪਕੜਨਾ ਚਾਹੀਦਾ ਹੈ। ਹੁਣ ਭਗਵਾਨ ਦੁਆਰਾ ਆਪਣੀ ਪ੍ਰਕਿਰਤੀ ਦਾ ਆਪਣੀ ਪ੍ਰਕਿਰਤੀ ਦੀ ਸਰੂਪ ਦੀ ਵਿਆਖਿਆ ਕਰਦੇ ਹਨ। ਭਗਵਾਨ ਸ੍ਰੀ ਕ੍ਰਿਸ਼ਨ ਐਜ ਇਟ ਇਜ਼ ਹੀ ਬੋਲ ਰਹੇ ਹਨ। ਪ੍ਰਕਿਰਤੀ ਹੁਣ ਭਗਵਾਨ ਦੁਆਰਾ ਆਪਣੀ ਪ੍ਰਕਿਰਤੀ ਜਾਂ ਸਰੂਪ ਦੀ ਵਿਆਖਿਆ ਕਰਦੇ ਹੋਏ, ਪ੍ਰਕਿਰਤੀ ਦਾ ਅਰਥ ਸਦਭਾਵ ਔਰ ਸਰੂਪ ਦੋਵੇਂ ਹਨ। ਭਗਵਾਨ ਕਹਿੰਦੇ ਹਨ ਕਿ ਉਹ ਆਪਣੇ ਸਰੀਰ ਵਿੱਚ ਪ੍ਰਗਟ ਹੁੰਦੇ ਹਨ। ਉਹ ਆਮ ਆਦਮੀ ਵਾਂਗ ਆਪਣਾ ਸਰੀਰ ਨਹੀਂ ਬਦਲਦੇ। देखो ना, गीता एज इट जा रही है। बार दास बोल रहा है कि गीता एज इट जा रही है। रब अपना शरीर नहीं बदलता। जो शरीर है, जिस शरीर में है, इसके दर्शन करो। ये भागवत इंडिकेट इसके दर्शन वाले ही कर रही है। आप जिन्होंने समझना चाहिए है कि इस निराकार निरंकार दे दर्शन करने हैं। इस निराकार रब दे इस अजन्मे इस अविनाशी ਦੇ ਦਰਸ਼ਨ ਕਰਨੇ ਹਨ। ਇਸ ਜਨਮ ਵਿੱਚ ਜੀਵ ਦਾ ਇੱਕ ਪ੍ਰਕਾਰ ਦਾ ਸਰੀਰ ਹੋ ਸਕਦਾ ਹੈ, ਕਿੰਤੂ ਅਗਲੇ ਜਨਮ ਵਿੱਚ ਦੂਸਰੇ ਪ੍ਰਕਾਰ ਦਾ ਸਰੀਰ ਰਹਿੰਦਾ ਹੈ। ਪਰ ਹੁਣ ਤੱਕ ਜਗਤ ਵਿੱਚ ਜੀਵ ਦਾ ਕੋਈ ਸਥਾਈ ਸਰੀਰ ਨਹੀਂ ਹੈ, ਬਲਕਿ ਉਹ ਇੱਕ ਸਰੀਰ ਤੋਂ ਦੂਸਰੇ ਸਰੀਰ ਵਿੱਚ ਦੇਹ ਧਾਰਨ ਕਰਦਾ ਰਹਿੰਦਾ ਹੈ। ਕਿੰਤੂ ਭਗਵਾਨ ਇਦਾਂ ਨਹੀਂ ਕਰਦੇ। ਪਰਮਾਤਮਾ ਰੱਬ ਇਦਾਂ ਨਹੀਂ ਕਰਦਾ। ਰੱਬ ਦਾ ਇੱਕੋ ਹੀ ਸਰੀਰ ਹੈ। ਜਦ ਵੀ ਉਹ ਪ੍ਰਗਟ ਹੁੰਦਾ ਹੈ ਤਾਂ ਆਪਣੀ ਅਨੰਤ ਰੰਗਾ ਸ਼ਕਤੀ ਨਾਲ ਉਸੇ ਆਦ ਸਰੀਰ ਵਿੱਚ ਪ੍ਰਗਟ ਹੁੰਦੇ ਹਨ। ਦੂਸਰੇ ਸ਼ਬਦਾਂ ਵਿੱਚ ਸ੍ਰੀ ਕ੍ਰਿਸ਼ਨ ਇਸ ਜਗਤ ਵਿੱਚ ਆਪਣੇ ਆਦ ਸਾਖਸ਼ਾਤ ਸਰੂਪ ਵਿੱਚ ਦੋ ਹੱਥਾਂ ਵਿੱਚ ਬੰਸਰੀ ਲੈ ਕੇ ਅਵਤਾਰਤ ਹੁੰਦੇ ਹਨ, ਕਿਉਂਕਿ ਭਗਵਾਨ ਉਹ ਵਿਸ਼ਨੂੰ ਦੇ ਅਵਤਾਰ ਹਨ। ਉਹ ਇਸ ਭੌਤਿਕ ਜਗਤ ਨਾਲ ਬੇਕਲੰਕ ਰਹਿ ਕੇ ਆਪਣੇ ਸਾਖਸ਼ਾਤ ਸਰੀਰ ਸਹਿਤ ਪ੍ਰਗਟ ਹੁੰਦੇ ਹਨ। ਜਦ ਕਿ ਉਹ ਆਪਣੇ ਉਸੇ ਦਿਵਯ ਸਰੀਰ ਵਿੱਚ ਪ੍ਰਗਟ ਹੁੰਦੇ ਹਨ ਔਰ ਬ੍ਰਹਮੰਡ ਦੇ ਸਵਾਮੀ ਹਨ, ਤਾਂ ਵੀ ਅਜਿਹਾ ਲੱਗਦਾ ਹੈ ਕਿ ਉਹ ਆਪ ਆਮ ਆਦਮੀ ਦੀ ਤਰ੍ਹਾਂ ਪ੍ਰਗਟ ਹੋ ਰਹੇ ਹਨ। ਜਦ ਕਿ ਉਹਨਾਂ ਦਾ ਸਰੀਰ ਭੌਤਿਕ ਸਰੀਰ ਦੀ ਤਰ੍ਹਾਂ ਸਰੀਰ ਭਾਵ ਡਿਟੈਰੋਰੇਟ ਨਹੀਂ ਹੁੰਦਾ। ਫਿਰ ਵੀ ਅਜਿਹਾ ਲੱਗਦਾ ਹੈ ਕਿ ਭਗਵਾਨ ਕ੍ਰਿਸ਼ਨ ਬਾਲ ਅਵਸਥਾ, ਚਾਈਲਡਹੁਡ ਅਵਸਥਾ, ਜੋ ਕੁਮਾਰ ਅਵਸਥਾ, ਬॉयहुड अवस्था और कुमार अवस्था बाई बॉयहुड अवस्था तो तरुण अवस्था पाव यूथ अवस्था प्राप्त करते हैं। किंतु हैरानगी वाली गल यह है कि जो अवस्था यूथ अवस्था तो अगे नहीं बढ़ते। कुरुक्षेत्र युद्ध समय उनका एक पुत्र पोतरे सन, या दूसरे शब्दों में भौतिक गणना मुताबिक काफी वृद्ध सन, पर फिर भी वो 25 साल के जवान लगते सन, क्योंकि वो भगवान सन। ਸਾਨੂੰ ਕਦੇ ਵੀ ਭਗਵਾਨ ਸ੍ਰੀ ਕ੍ਰਿਸ਼ਨ ਦੀ ਬਿਰਧ ਅਵਸਥਾ ਦਾ ਕੋਈ ਚਿੱਤਰ ਨਹੀਂ ਮਿਲਦਾ, ਕਿਉਂਕਿ ਉਹ ਕਦੇ ਵੀ ਸਾਡੇ ਵਾਂਗ ਬਿਰਧ ਨਹੀਂ ਹੁੰਦੇ। ਉਤਨਾ ਕਾਲਾਂ ਵਿੱਚ ਭੂਤ, ਵਰਤਮਾਨ ਅਤੇ ਭਵਿੱਖ ਵਿੱਚ ਸਭ ਤੋਂ ਵੱਧ ਵਿਯੋਗ ਵਿਰੋਧ ਪੁਰਸ਼ ਸਨ। ਨਾ ਤਾਂ ਉਹਨਾਂ ਦਾ ਸਰੀਰ, ਨਾ ਹੀ ਬੁੱਧੀ ਕਦੇ ਸਰੀਰ ਬਦਤਰ ਹੁੰਦੀ ਹੈ, ਬੁੱਢੀ ਹੁੰਦੀ ਹੈ, ਨਾ ਬਦਲਦੀ ਹੈ। ਇਸ ਲਈ ਇਹ ਸਪਸ਼ਟ ਹੈ ਕਿ ਇਸ ਜਗਤ ਵਿੱਚ ਰਹਿੰਦੇ ਹੋਏ ਵੀ ਉਹ
ਉਹ ਅਜਨਮਾ ਸਸਦਾਨੰਦ ਰੂਪ ਵਾਲੇ ਸਨ, ਜਿਨ੍ਹਾਂ ਨੇ ਦਿਵਯ ਸਰੀਰ ਵਿੱਚ ਔਰ ਬੁੱਧੀ ਵਿੱਚ ਕਦੇ ਪਰਿਵਰਤਨ ਨਹੀਂ ਹੁੰਦਾ। ਵਸਤ ਵਿੱਚ ਉਹਨਾਂ ਦਾ ਅਵਿਭਾਵ ਔਰ ਤਿਰੋਭਾਵ, ਅਪੀਅਰੈਂਸ ਐਂਡ ਡਿਸਅਪੀਅਰੈਂਸ, ਸੂਰਜ ਦੇ ਉਦਮ ਔਰ ਅਸਤ, ਰਾਈਜ਼ਿੰਗ ਐਂਡ ਮੂਵਿੰਗ ਦੇ ਸਮਾਨ ਹੈ, ਜੋ ਸਾਡੇ ਸਾਹਮਣੇ ਘੁੰਮਦਾ ਹੋਇਆ ਸਾਡੀ ਦ੍ਰਿਸ਼ਟੀ ਤੋਂ ਔਜਲ ਜਾਨੀ ਓਲੇ ਹੋ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਸੂਰਜ ਅਸਤ ਹੋ ਗਿਆ ਹੈ, ਔਰ ਜਦ ਉਹ ਸਾਡੇ ਸਾਹਮਣੇ ਹੁੰਦਾ ਹੈ ਤਾਂ ਸੋਚਦੇ ਹਾਂ ਕਿ ਉਹ ਗਤਿਜ ਹੈ, ਭਾਵ ਅਰਜਨ ਹੈ। ਵਾਸਤਵ ਵਿੱਚ ਸੂਰਜ ਸਥਿਰ ਹੈ। ਆਪਣੀਆਂ ਪੂਰਨ ਔਰ ਤਰੁਟੀਪੂਰਨ ਇੰਦਰੀਆਂ ਦੇ ਕਾਰਨ ਅਸੀਂ ਸੂਰਜ ਨੂੰ ਉਦੇ ਔਰ ਅਸਤ ਹੁੰਦਾ ਦੇਖਦੇ ਹਾਂ ਔਰ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਭਗਵਾਨ ਪ੍ਰਗਟ ਹੋਣ ਔਰ ਨਾ ਪ੍ਰਗਟ ਹੋਣਾ ਜੀਵ ਨਾਲੋਂ ਅਲੱਗ ਹਨ, ਹੁਣ ਤੇ ਜੀਵ ਨਾਲੋਂ ਅਲੱਗ ਹਨ। ਇਸ ਲਈ ਸਪਸ਼ਟ ਹੈ ਕਿ ਸਾਖਸਾਤ ਆਪਣੀ ਅਨੰਤ ਰੰਗਾ ਸ਼ਕਤੀ ਦੇ ਕਾਰਨ ਆਨੰਦ ਸਰੂਪ ਹੈ ਔਰ ਇਸ ਤੋਂ ਪ੍ਰਕਿਰਤੀ ਦੁਆਰਾ ਕਦੇ ਦੋਸ਼ਿਤ ਨਹੀਂ ਹੁੰਦੇ। Actually, the sun is always in its fixed position, but owing to our defective, insufficient senses, we calculate the appearance and disappearance of the sun in the sky, and because Lord Krishna's appearance and disappearance are completely different from that of any ordinary common living, it is evident that he is eternal, blissful knowledge by his eternal picture, and he is never contaminated by material nature. So ਵੇਦਾਂ ਵਿੱਚ ਵੀ ਪੁਸ਼ਟੀ ਕੀਤੀ ਗਈ ਹੈ ਕਿ ਭਗਵਾਨ ਅਜਨਮਾ ਹੋ ਕੇ ਵੀ ਅਨੇਕ ਰੂਪਾਂ ਵਿੱਚ ਅਵਤਾਰ ਹੁੰਦਾ ਰਹਿੰਦਾ ਹੈ। ਵੈਦਿਕ ਸੱਚ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ ਕਿ ਜਦ ਭਗਵਾਨ ਜਨਮ ਲੈਂਦੇ ਪ੍ਰਤੀਤ ਹੁੰਦੇ ਹਨ ਤਾਂ ਉਹ ਸਰੀਰ ਪਰਿਵਰਤਨ ਨਹੀਂ ਕਰਦੇ। ਸ੍ਰੀ ਮਹਾਭਾਰਤ ਵਿੱਚ ਪੁਸ਼ਟੀ ਹੈ ਕਿ ਉਹ ਆਪਣੀ ਮਾਤਾ ਦੇ ਸਾਹਮਣੇ ਨਾਰਾਇਣ ਰੂਪ ਵਿੱਚ ਚਾਰ ਭੁਜਾਵਾਂ ਔਰ ਸਾਤ ਐਸੋ ਤੋਂ ਮੁਕਤ ਹੋ ਕੇ ਪ੍ਰਗਟ ਹੁੰਦੇ ਹਨ। ਉਹਨਾਂ ਦਾ ਸਾਖਸਾਤ ਰੂਪ ਵਿੱਚ ਪ੍ਰਗਟ ਹੋਣਾ ਉਹਨਾਂ ਦੀ ਕਿਰਪਾ ਹੈ, ਜੋ ਜੀਵਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਉਹ ਭਗਵਾਨ ਦੇ ਯਥਾ ਰੂਪ ਵਿੱਚ ਆਪਣਾ ਧਿਆਨ ਕੇਂਦਰਿਤ ਕਰ ਸਕਣ, ਨਾ ਕਿ ਨਿਰਵਿਸ਼ੇਸ਼ਵਾਦੀਆਂ ਦੁਆਰਾ ਮਨੋ ਧਰਮ ਦਾ ਕਲਪਨਾ ਤੇ ਆਧਾਰਿਤ ਰੂਪ ਵਿੱਚ ਵਿਸ਼ਾ ਕੋਸ਼ ਦੇ ਅਨੁਸਾਰ ਮਾਇਆ ਜਾਂ ਆਤਮ ਮਾਇਆ ਸ਼ਬਦ ਭਗਵਾਨ ਦੀ ਕਿਰਪਾ ਦਾ ਸੂਚਕ ਹੈ। ਭਗਵਾਨ ਆਪਣੇ ਸਮਸਤ ਪੂਰਵਲੇ ਅਪੀਅਰੈਂਸ ਐਂਡ ਡਿਸਪੀਅਰੈਂਸ ਤੋਂ ਅਵਗਤ ਰਹਿੰਦੇ ਹਨ, ਕਿੰਤੂ ਅਸੀਂ ਜੀਵਾਂ ਨੂੰ ਜਿੰਦਾ ਹੀ ਨਵੀਨ ਸਰੀਰ ਪ੍ਰਾਪਤ ਹੁੰਦਾ ਹੈ। ਉਹ ਆਪਣੇ ਪੂਰਵਲੇ ਸਰੀਰ ਬਾਰੇ ਸਭ ਕੁਝ ਭੁੱਲ ਜਾਂਦਾ ਹੈ। ਭਗਵਾਨ ਸਮਸਤ ਜੀਵਾਂ ਦੇ ਸਵਾਮੀ ਹਨ, ਕਿਉਂਕਿ ਇਸ ਤਰ੍ਹਾਂ ਤੇ ਰਹਿੰਦੇ ਹੋਏ ਉਹ ਅਚਰਜਨਕ ਔਰ ਅਤੀ ਮਾਨਵੀ ਲੀਲਾਵਾਂ ਕਰਦੇ ਰਹਿੰਦੇ ਹਨ। ਇਸ ਲਈ ਭਗਵਾਨ ਨਿਰੰਤਰ ਉਹ ਹੀ ਸੱਤੇ ਰੂਪ ਹੈ ਔਰ ਉਹਨਾਂ ਦੇ ਸਵਰੂਪ ਔਰ ਆਤਮਾ ਵਿੱਚ ਜਾਂ ਉਹਨਾਂ ਦੇ ਗੁਣਾ ਔਰ ਸਰੀਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਹੁਣ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਸਾਰੇ ਭਗਵਾਨ ਅਪੀਅਰ ਐਂਡ ਡਿਸਪੀਅਰੈਂਸ ਹੁੰਦੇ ਰਹਿੰਦੇ ਹਨ। ਅਗਲੇ ਸ਼ਲੋਕ ਵਿੱਚ ਇਸ ਦੀ ਵਿਆਖਿਆ ਕੀਤੀ ਜਾ ਰਹੀ ਹੈ। ਸ਼ਲੋਕ ਨੰਬਰ 7 ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਸ਼ਲੋਕ ਹੈ। यदा यदा है धर्मस्य गालानि भारत अभियुत्थनम अधर्मम में तदा आत्म मानम मौजाम्यहम। जद भी और जिथे भी धर्म का पतन होता है और अधर्म की प्रधानता होने लगती है, तद अवतार लेंदा हाँ। मतलब whenever and wherever there is a decline in religious practice, O descendant of Bharata, and a prominent rise of irreligion, at that time I descend myself। इत्थे सजामी शब्द महत्वपूर्ण है। The word सजामी is sanctificate here।
ਸਜਾਮੀ ਸ਼ਬਦ ਸ੍ਰਿਸ਼ਟੀ ਦੇ ਅਰਥ ਵਿੱਚ ਨਹੀਂ ਵਰਤਿਆ ਜਾ ਸਕਦਾ, ਕਿਉਂਕਿ ਪਿਛਲੇ ਸ਼ਲੋਕ ਦੇ ਅਨੁਸਾਰ ਭਗਵਾਨ ਦੇ ਸਰੀਰ ਜਾਂ ਸਰੂਪ ਦੀ ਪੁਸ਼ਟੀ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਸਾਰੇ ਸਰੂਪ ਸਾਖਸ਼ਾਤ ਤੋਂ ਵਿਦਿਆਮਾਨ ਕਹਿਣ ਵਾਲੇ ਹਨ। ਇਸ ਕਰਕੇ ਸਜਾਮੀ ਦਾ ਅਰਥ ਹੈ ਕਿ ਭਗਵਾਨ ਖੁਦ ਜਥਾ ਰੂਪ ਵਿੱਚ ਪ੍ਰਗਟ ਹੁੰਦੇ ਹਨ। ਜਦ ਕਿ ਭਗਵਾਨ ਆਪਣੇ ਕਾਰੇ ਕਰਮ ਦੇ ਅਨੁਸਾਰ ਅਰਥਾਤ ਬ੍ਰਹਮ ਦੇ ਇੱਕ ਦਿਨ ਵਿੱਚ 7ਵੇਂ ਮਨੂ ਦੇ 28ਵੇਂ ਯੁੱਗ ਵਿੱਚ ਦੁਆਪਰ ਦੇ ਅੰਤ ਵਿੱਚ ਪ੍ਰਗਟ ਹੁੰਦੇ ਹਨ। ਇਹ ਤਾਂ ਇਤਿਹਾਸ ਦੱਸਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੁਆਪਰ ਦੇ ਅੰਤ ਵਿੱਚ ਪ੍ਰਗਟ ਹੁੰਦੇ ਹਨ, ਪਰੰਤੂ ਉਹ ਇਸ ਨਿਯਮ ਦਾ ਪਾਲਨ ਕਰਨ ਲਈ ਪ੍ਰਬੰਧ ਨਹੀਂ ਹਨ, ਕਿਉਂਕਿ ਉਹ ਕੰਪਲੀਟਲੀ ਫ੍ਰੀ ਹਨ, ਕਰਮ ਕਰਨ ਲਈ ਨਹੀਂ। ਇਸ ਲਈ ਜਦ ਵੀ ਅਧਰਮ ਦੀ ਪ੍ਰਧਾਨਤਾ ਔਰ ਧਰਮ ਦਾ ਲੋਪ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਹ ਖੁਦ ਅਵਤਾਰ ਲੈਂਦੇ ਹਨ। ਧਰਮ ਦੇ ਨਿਯਮ ਵੇਦਾਂ ਵਿੱਚ ਦਿੱਤੇ ਗਏ ਹਨ। ਧਰਮ ਦੇ ਨਿਯਮ ਵੇਦਾਂ ਵਿੱਚ ਦਿੱਤੇ ਗਏ ਹਨ। ਜਦ ਇਹਨਾਂ ਨਿਯਮਾਂ ਦੇ ਪਾਲਣ ਵਿੱਚ ਕੋਈ ਤਰੁਟੀ ਆਉਂਦੀ ਹੈ ਤਾਂ ਮਨੁੱਖ ਆਧਾਰਮਿਕ ਹੋ ਜਾਂਦਾ ਹੈ। ਭਗਵਦ ਦੱਸਿਆ ਗਿਆ ਹੈ ਕਿ ਨਿਯਮ ਭਗਵਾਨ ਦੇ ਨਿਯਮ ਹਨ। ਕੇਵਲ ਭਗਵਾਨ ਹੀ ਕਿਸੇ ਧਰਮ ਦੀ ਵਿਵਸਥਾ ਕਰ ਸਕਦੇ ਹਨ। ਵੇਦ ਵੀ ਬ੍ਰਹਮਾ ਦੇ ਹਿਰਦੇ ਵਿੱਚ ਭਗਵਾਨ ਦੁਆਰਾ ਉਚਰਿਤ ਮੰਨੇ ਜਾਂਦੇ ਹਨ। ਇਸ ਲਈ ਧਰਮ ਦੇ ਨਿਯਮ ਭਗਵਾਨ ਦੇ ਪ੍ਰਤੱਖ ਆਦੇਸ਼ ਹਨ। ਧਰਮ ਤੂੰ ਸਾਖਸ਼ਾਤ ਭਗਵਤ ਪ੍ਰਤੀ ਪ੍ਰਾਣੀਤਮ। ਭਗਵਦ ਗੀਤਾ ਦੇ ਅਸੂਲ ਇਹਨਾਂ ਨਿਯਮਾਂ ਵੱਲ ਸੰਕੇਤ ਕਰਦੇ ਹਨ। ਵੇਦਾਂ ਦਾ ਉਦੇਸ਼ ਪਰਮੇਸ਼ਰ ਦੇ ਉਦੇਸ਼ ਅਨੁਸਾਰ ਅਜਿਹੇ ਨਿਯਮਾਂ ਦੀ ਸਥਾਪਨਾ ਕਰਨਾ ਹੈ ਔਰ ਗੀਤਾ ਦੇ ਅੰਤ ਵਿੱਚ ਭਗਵਾਨ ਖੁਦ ਆਦੇਸ਼ ਦਿੰਦੇ ਹਨ ਕਿ ਸਰਵਉੱਚ ਧਰਮ ਉਹਨਾਂ ਦੀ ਸ਼ਰਨ ਗ੍ਰਹਿਣ ਕਰਨਾ ਹੈ। ਵੈਦਿਕ ਨਿਯਮ ਜੀਵ ਨੂੰ ਪੂਰਨ ਸਰਨਾਗਤ ਦੇ ਵੱਲ ਅਗਰਸਰ ਕਰਨ ਵਾਲੇ ਹਨ ਔਰ ਜਦ ਵੀ ਅਸਰਾਂ ਦੁਆਰਾ ਇਹਨਾਂ ਨਿਯਮਾਂ ਵਿੱਚ ਵਾਧਾ ਪਾਈ ਜਾਂਦੀ ਹੈ ਤਾਂ ਭਗਵਾਨ ਪ੍ਰਗਟ ਹੁੰਦੇ ਹਨ। ਸ੍ਰੀਮਦ ਭਗਵਤ ਪੁਰਾਣ ਮੁਤਾਬਕ ਅਸੀਂ ਸਭ ਜਾਣਦੇ ਹਾਂ ਕਿ ਬੁੱਧ ਕ੍ਰਿਸ਼ਨ ਦੇ ਅਵਤਾਰ ਹਨ, ਜਿਨ੍ਹਾਂ ਦਾ ਆਗਮਨ ਉਸ ਸਮੇਂ ਹੋਇਆ ਜਦ ਭੌਤਿਕਵਾਦ ਦਾ ਬੋਲਬਾਲਾ ਸੀ ਔਰ ਭੌਤਿਕਵਾਦੀ ਵੇਦਾਂ ਦਾ ਪ੍ਰਮਾਣ ਬਣਾ ਕੇ ਉਹਨਾਂ ਦੀ ਆੜ ਲੈ ਰਹੇ ਸਨ, ਜਦ ਕਿ ਪਸ਼ੂ ਬਲੀ ਦਾ ਵਿਸ਼ੇਸ਼ ਕਰਮਾਂ ਲਈ ਵੇਦਾਂ ਵਿੱਚ ਵਿਧਾਨ ਸੀ। ਕਿੰਤੂ ਆਸੁਰੀ ਬਿਰਤੀ ਵਾਲੇ ਲੋਕ ਵੈਦਿਕ ਨਿਯਮਾਂ ਦਾ ਸੰਦਰਭ ਦਿੱਤੇ ਬਿਨਾਂ ਪਸ਼ੂ ਬਲੀ ਨੂੰ ਅਪਣਾ ਰਹੇ ਸਨ। ਭਗਵਾਨ ਬੁੱਧ ਇਸ ਅਤਿਆਚਾਰ ਨੂੰ ਰੋਕਣ ਲਈ ਔਰ ਅਹਿੰਸਾ ਦੇ ਵੈਦਿਕ ਨਿਯਮਾਂ ਦੀ ਸਥਾਪਨਾ ਕਰਨ ਲਈ ਅਵਤਾਰ ਹੋਏ ਸਨ। ਭਗਵਾਨ ਕਦੇ ਵੀ ਕਿਤੇ ਵੀ ਔਰ ਕਿਸੇ ਵੀ ਕਾਲ ਵਿੱਚ ਇੱਛਾ ਹੋਣ ਤੇ ਪ੍ਰਗਟ ਹੋ ਸਕਦੇ ਹਨ। ਉਹ ਹਰੇਕ ਅਵਤਾਰ ਲੈਣ ਤੇ ਧਰਮ ਦੇ ਵਿਸ਼ੇ ਵਿੱਚ ਉਹਨਾਂ ਹੀ ਕਹਿੰਦੇ ਹਨ ਜਿਵੇਂ ਕਿ ਉਸ ਪਰਿਸਥਿਤੀਆਂ ਵਿੱਚ ਜਨ ਸਮੁਦਾਇ ਵਿਸ਼ੇਸ਼ ਸਮਝ ਸਕਦਾ ਹੈ, ਲੇਕਿਨ ਉਦੇਸ਼ ਇੱਕ ਹੀ ਰਹਿੰਦਾ ਹੈ ਕਿ ਲੋਕਾਂ ਨੂੰ ਕ੍ਰਿਸ਼ਨ ਭਾਵਨਾ ਨੂੰ ਕਰਨਾ ਔਰ ਧਾਰਮਿਕ ਨਿਯਮਾਂ ਦੇ ਪ੍ਰਤੀ ਗਿਆਨਕਾਰੀ ਬਣਾਉਣਾ ਹੈ। ਕਦੇ ਉਹ ਖੁਦ ਪ੍ਰਗਟ ਹੁੰਦੇ ਹਨ ਤੇ ਕਦੇ ਆਪਣੇ ਪ੍ਰਮਾਣਿਕ ਪ੍ਰਤੀਨਿਧ ਨੂੰ ਆਪਣੇ ਪੁੱਤਰ ਜਾਂ ਦਾਸ ਦੇ ਰੂਪ ਵਿੱਚ ਭੇਜਦੇ ਹਨ ਜਾਂ ਇਸ ਬਦਲ ਕੇ ਖੁਦ ਹੀ ਪ੍ਰਗਟ ਹੋ ਜਾਂਦੇ ਹਨ।